ਹੈਲੋ एवरीवन ਵੈਲਕਮ ਯੂ ਆਲ ਇਨ ਯੂਰ ਓਨ ਚੈਨਲ ਲਰਨ ਐਵਰੀਥਿੰਗ। ਸੋ ਜੋ ਆਪਾਂ ਪਿਛਲੀ ਵੀਡੀਓ ਕੀਤੀ ਸੀ ਉਹਦੇ ਵਿੱਚ 20 ਕੁਐਸਚਨਸ ਕਰ ਲਏ ਸੀਗੇ। ਸੋ ਨੈਕਸਟ 21 ਕੁਐਸਚਨ ਦੇਖਦੇ ਹਾਂ। ਠੀਕ ਹੈ ਜੀ, ਆਪਾਂ ਜੋ ਕਰ ਰਹੇ ਸੀ ਕਲਾਸੀਫਿਕੇਸ਼ਨ ਆਫ ਐਲੀਮੈਂਟ ਐਂਡ ਪੀਰੀਓਡਿਸਿਟੀ ਇਨ ਪ੍ਰੋਪਰਟੀਜ਼। ਠੀਕ ਹੈ, ਮੈਂ ਤੁਹਾਨੂੰ ਕਿਹਾ ਸੀ ਇਹਦੇ 100 MCQ ਕਰਾਂਗੇ। ਸੋ 21 ਕੁਐਸਚਨ ਹੈਗਾ ਕਿ ਇੱਕ ਐਲੀਮੈਂਟ ਐਕਸ ਹੈ ਜਿਹੜਾ ਬਿਲੋਂਗ ਕਰਦਾ 4th ਪੀਰੀਅਡ ਨੂੰ, ਅਤੇ 15th ਗਰੁੱਪ ਮਤਲਬ ਪੀਰੀਓਡਿਕ ਟੇਬਲ ਦੇ ਵਿੱਚ 4th ਪੀਰੀਅਡ 'ਚ ਹੋ ਅਤੇ 15ਵੇਂ ਗਰੁੱਪ 'ਚ ਆ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਟਰੂ ਰਿਗਾਰਡਿੰਗ ਦਾ ਆਊਟਰ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਉਹ ਪੁੱਛ ਰਿਹਾ ਕਿ ਇਹਦੀ ਆਊਟਰ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਜਿਹੜੀ ਆ ਉਹ ਕੀ ਹੋਏਗੀ। ਠੀਕ ਹੈ, ਹੁਣ ਦੇਖੋ ਉਹਨੇ ਪਹਿਲਾਂ ਤਾਂ ਇੱਥੋਂ ਦੇ ਲੈਣੇ ਇਟ ਹੈਜ਼ ਪਾਰਸ਼ਲੀ ਫਿਲਡ ਡੀ ਆਰਬਿਟਲ, ਕਿ ਕੋ ਪਾਰਸ਼ਲੀ ਫਿਲਡ ਡੀ ਆਰਬਿਟਲ ਹੋਏਗਾ, ਕੰਪਲੀਟ ਐਸ ਹੋਏਗਾ, ਜਾਂ ਇਹਦੇ ਕੋ ਇੱਕ ਕੰਪਲੀਟਲੀ ਐਸ ਆਰਬਿਟਲ ਹੋਏਗਾ ਫਿਲਡ। ਠੀਕ ਹੈ, ਪੀ ਆਰਬਿਟਲ ਹੋਏਗਾ, ਕੰਪਲੀਟਲੀ ਫਿਲਡ ਐਸ ਹੋਏਗਾ, ਹਾਫ ਫਿਲਡ ਪੀ ਹੋਏਗਾ। ਸੋ ਇਹ ਹੁਣ ਸਾਨੂੰ ਪਤਾ ਕਿੱਦਾਂ ਚੱਲੇਗਾ। ਦੇਖੋ ਮੈਂ ਦੱਸਦੀ ਹਾਂ ਕਿੱਦਾਂ। ਉਹ ਤੁਹਾਨੂੰ ਦੱਸ ਰਿਹਾ ਕਿ ਕਿੰਨਵੇਂ ਗਰੁੱਪ 'ਚ ਆ, 15ਵੇਂ ਗਰੁੱਪ 'ਚ। ਠੀਕ ਹੈ, 15ਵੇਂ ਦਾ ਮਤਲਬ ਕੀ ਹੈ, ਤੁਸੀਂ ਹੁਣ ਲਿਖ ਕੇ ਦੇ ਲਓ 1s2 2s2 2p6 3s2 ਐਂਡ 3p ਕਿੰਨਾ ਆ ਜਾਏਗਾ। ਦੇਖੋ 6 4 10 ਤੋਂ 12 13 14 15 3 ਆ ਜਾਏਗਾ। ਮਤਲਬ ਐਸ 'ਚ 2 ਆ, ਪੀ 'ਚ ਕਿੰਨੇ ਆ 3। ਠੀਕ ਹੈ, ਐਂਡ 'ਚ ਆ ਗਿਆ 3s2 3p 3। ਕਹਿਣ ਦਾ ਮਤਲਬ ਐਸ ਪੂਰਾ ਭਰਿਆ। ਦੇਖੋ ਐਸ ਪੂਰਾ ਭਰਿਆ ਹੁੰਦਾ, ਐਸ ਦੇ ਹੁੰਦੇ 2, ਪੀ 'ਚ ਮੈਕਸੀਮਮ ਆ ਸਕਦੇ 6, ਡੀ 'ਚ ਮੈਕਸੀਮਮ ਆ ਸਕਦੇ 10। ਹੁਣ ਇੱਥੇ ਐਸ ਤਾਂ ਪੂਰਾ ਭਰਿਆ, ਪੀ ਦੇ ਵਿੱਚ ਮੈਕਸੀਮਮ ਕਿੰਨੇ ਆ ਸਕਦੇ 6, ਇੱਥੇ ਕਿੰਨੇ ਆ 3। 15 ਦੇ ਅਕੋਰਡਿੰਗ ਜਿਹੜੀ ਮੈਂ ਭਰੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ, ਤੁਹਾਨੂੰ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆਉਣੀ ਚਾਹੀਦੀ ਹੈ ਲਈ। ਠੀਕ ਹੈ, ਤਾਂ ਉਹਦੇ ਅਕੋਰਡਿੰਗ ਪੀ 'ਚ ਕਿੰਨੇ ਹੋ ਗਏ 3, ਮਤਲਬ ਪੀ ਕੀ ਹੋ ਗਿਆ ਹਾਫ ਫਿਲਡ। ਠੀਕ ਹੈ, ਸੋ ਇਹਦੇ ਅਕੋਰਡਿੰਗ ਸਾਡਾ ਆਪਸ਼ਨ ਨੰਬਰ ਕਿਹੜਾ ਸਹੀ ਹੋ ਗਿਆ, ਤੀਸਰਾ, ਕਿ ਇਹਦੇ ਕੋਲ ਕੰਪਲੀਟਲੀ ਫਿਲਡ ਐਸ ਆਰਬਿਟਲ ਆ ਅਤੇ ਹਾਫ ਫਿਲਡ ਕੀ ਆ ਪੀ ਆਰਬਿਟਲ। ਸਮਝੇ ਮੇਰੀ ਗੱਲ ਨੂੰ। ਠੀਕ ਹੈ, ਸੋ ਇਹ ਲਈ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਤੁਹਾਨੂੰ ਲਿਖਣੀ ਆਉਣੀ ਚਾਹੀਦੀ। ਜੇ ਕਿਸੇ ਨੂੰ ਨਹੀਂ ਆਉਂਦੀ ਤਾਂ ਯੂਟਿਊਬ ਦੀ ਕਿਸੇ ਵੀ ਵੀਡੀਓ ਤੋਂ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਨੈਕਸਟ ਅਸੀਂ ਦੇਖਦੇ ਹਾਂ 22 ਕੁਐਸਚਨ, ਜਿਹਦੇ ਵਿੱਚ ਉਹਨੇ ਕਿਹਾ ਮੈਚ ਦਾ ਅਟੋਮਿਕ ਨੰਬਰ ਗਿਵਨ ਇਨ ਦਾ ਫੋਲੋਇੰਗ ਕਾਲਮ। ਠੀਕ ਹੈ, ਤੁਹਾਨੂੰ ਦਿੱਤੇ ਆ ਜਿੱਦਾਂ 62 47 56 33। ਹੁਣ ਕੀ ਕਰਨਾ ਪੈਣਾ, ਇਹ ਲਈ ਤੁਹਾਨੂੰ ਫਿਰ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਲਿਖਣੀ ਆਉਣੀ ਚਾਹੀਦੀ ਹੈ। ਠੀਕ ਹੈ, ਉਹਦੇ ਅਕੋਰਡਿੰਗ ਤੁਸੀਂ ਦੱਸ ਸਕਦੇ ਹਾਂ ਜੇ 'ਚ ਲਾਸਟ ਇਲੈਕਟ੍ਰੋਨ ਜਾਂਦਾ ਉਹ ਉਸੇ ਬਲੋਕ 'ਚ ਹੁੰਦਾ। ਜਿੱਦਾਂ ਜੇ ਆਪਾਂ 62 ਵਾਲੇ ਦੀ ਲਿਖਾਂਗੇ ਉਹ ਆਏਗੀ 4f6 5d0 6s2 ਐਂਡ ਦੇ ਵਿੱਚ, ਤਾਂ ਉਹਦੇ ਵਿੱਚ ਐਫ 'ਚ ਫਿਲਿੰਗ ਹੁੰਦੀ ਅਤੇ ਇਹ ਐਫ ਬਲੋਕ 'ਚ ਜਾਏਗਾ। ਠੀਕ ਹੈ, 47 ਵਾਲਾ ਜਿਹੜਾ ਆ ਜੋ ਦੇਖੋਗੇ ਤੁਸੀਂ ਉਹਦੇ ਐਂਡ 'ਚ ਆਏਗਾ 4d10 5s1। ਇਲੈਕਟ੍ਰੋਨਿਕ ਕੌਨਫੀਗਰੇਸ਼ਨ ਤੁਹਾਨੂੰ ਇਹ ਲਿਖਣੀ ਹੋਣੀ ਚਾਹੀਦੀ ਆ, ਜੋ ਬਹੁਤ ਈਜ਼ੀ ਆ, ਤੁਸੀਂ ਸਿੱਖ ਸਕਦੇ ਹੋ ਕਿਸੇ ਵੀ ਵੀਡੀਓ ਤੋਂ। ਅਤੇ ਇਹ ਡੀ ਬਲੋਕ 'ਚ ਆ ਜਾਏਗਾ। ਇਹਦੀ 56 ਵਾਲੀ ਦੀ ਲਿਖੂੰਗੀ ਉਹਦੇ ਐਂਡ 'ਚ ਆ ਜਾਏਗਾ 6s2 ਅਤੇ ਐਸ ਬਲੋਕ 'ਚ ਆ ਜਾਏਗਾ। 53 ਵਾਲਾ ਜਿਹੜਾ ਉਹ ਪੀ ਬਲੋਕ 'ਚ ਆਏਗਾ। ਤਾਂ ਇਸ ਅਕੋਰਡਿੰਗ ਸਾਡਾ ਆਪਸ਼ਨ ਨੰਬਰ ਜੋ ਹੈ ਉਹ ਏ ਕਰੈਕਟ ਹੋ ਜਾਂਦਾ ਹੈ। ਠੀਕ ਹੈ, ਸੋ ਨੈਕਸਟ ਕੁਐਸਚਨ ਇਹਦੇ 23 ਜਿਹੜਾ ਅਟੋਮਿਕ ਨੰਬਰ ਬੋਲਦਾ ਉਹ ਫਿਊ ਐਲੀਮੈਂਟ ਆਰ ਗਿਵਨ ਬਿਲੋ। ਤੁਹਾਨੂੰ ਅਟੋਮਿਕ ਨੰਬਰ ਦਿੱਤੇ ਆ, ਉਹ ਪੁੱਛਦਾ ਐਸ ਬਲੋਕ ਦੇ ਵਿੱਚ ਕਿਹੜਾ ਜਾਏਗਾ। ਦੇਖੋ ਐਸ ਬਲੋਕ 'ਚ ਉਹ ਜਾਂਦਾ ਜੇ ਅਸੀਂ ਕੌਨਫੀਗਰੇਸ਼ਨ ਲਿਖੀਏ ਅਤੇ ਐਂਡ ਵਾਲਾ ਇਲੈਕਟ੍ਰੋਨ ਜਿਹੜਾ ਐਸ ਆਰਬਿਟਲ ਜਾਵੇ। ਲੈਟ ਸੇ ਕਿਸੇ ਦੇ ਐਂਡ 'ਚ 5s2 ਆਉਂਦਾ ਅਤੇ ਇਹਦਾ ਮਤਲਬ ਉਹ ਐਸ ਆਰਬਿਟਲ 'ਚ, ਕਿਉਂਕਿ ਉਹਦਾ ਐਂਡ ਵਾਲਾ ਇਲੈਕਟ੍ਰੋਨ ਇਹ 'ਚ ਗਿਆ ਐਸ 'ਚ। ਜੇ ਕਿਸੇ ਦਾ ਐਂਡ ਵਾਲਾ ਇਲੈਕਟ੍ਰੋਨ ਜਿਹੜਾ ਐਂਡ ਵਾਲਾ ਪੀ 'ਚ ਜਾਵੇ ਉਹ ਪੀ ਬਲੋਕ 'ਚ ਹੋਣਾ। ਸੋ ਇਹਦੇ ਅਕੋਰਡਿੰਗ ਆਪਾਂ ਨਾ ਕੌਨਫੀਗਰੇਸ਼ਨ ਲਿਖ ਕੇ ਦੇਖਣੀ ਆ। ਜਿੱਦਾਂ ਆਪਾਂ ਇਹਦੀ ਲਿਖ ਕੇ ਦੇਖਦੇ ਹਾਂ ਕੀ ਆਏਗੀ ਇਹਦੀ 1s2 2s1, ਯਾਨੀ ਐਂਡ ਵਾਲਾ ਇਲੈਕਟ੍ਰੋਨ ਇਹ 'ਚ ਗਿਆ ਐਸ 'ਚ। ਇਹਦੀ ਬੀ ਵਾਲੇ ਦੀ ਲਿਖੋ, ਉਹਦੀ ਕੀ ਆ ਜਾਏਗੀ 1s2 2s2 2p6। ਇੱਥੇ ਤੱਕ 10 ਹੋ ਗਏ ਨਾ, 6 4 10, ਫਿਰ 3s2 3p6 ਐਂਡ 4s2। ਇਹਦਾ ਵੀ ਐਂਡ ਲਾ ਕੇ 'ਚ ਗਿਆ ਐਸ 'ਚ, ਇਹਦਾ ਵੀ ਐਂਡ ਲਾ ਕੇ 'ਚ ਗਿਆ ਐਸ 'ਚ। ਇਹਦਾ ਮਤਲਬ ਇਹ ਦੋਨੇ ਕੇ 'ਚ ਆ ਐਸ ਬਲੋਕ 'ਚ। ਬਾਕੀ ਤੁਸੀਂ ਕਿਸੇ ਦੀ ਵੀ ਲਿਖ ਕੇ ਦੇ ਲਓ ਸੇਮ ਨਹੀਂ ਆਏਗੀ। ਸੋ ਇਹ ਪੇਅਰ ਆਏਗਾ। ਸੋ ਸਿੰਪਲੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਨਸੈਪਟ ਕਿ ਐਸ ਬਲੋਕ 'ਚ ਕਿਹੜਾ ਹੋਏਗਾ ਜਿਹਦਾ ਐਂਡ ਵਾਲਾ ਇਲੈਕਟ੍ਰੋਨਿਕ ਕੌਨਫੀਗਰੇਸ਼ਨ 'ਚ ਜਾਂਦਾ ਐਸ 'ਚ। ਸੋ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਤੁਹਾਨੂੰ ਲਿਖਣੀ ਆਉਣੀ ਚਾਹੀਦੀ ਹੈ। ਵਿਚ ਆਫ ਦਾ ਫੋਲੋਇੰਗ ਹੈਵ ਦਾ ਸੇਮ ਨੰਬਰ ਆਫ ਇਲੈਕਟ੍ਰੋਨ ਇਨ ਦਾ ਆਊਟਰ ਮੋਸਟ ਸ਼ੈਲ। ਕਹਿੰਦਾ ਕਿ ਇਹਦੇ ਆਊਟਰ ਮੋਸਟ ਸ਼ੈਲ 'ਚ ਸੇਮ ਇਲੈਕਟ੍ਰੋਨ ਆ। ਅਗੇਨ ਤੁਹਾਨੂੰ ਫਿਰ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਲਿਖਣੀ ਆਉਣੀ ਚਾਹੀਦੀ ਹੈ। ਠੀਕ ਹੈ, ਪਹਿਲੇ ਦੀ ਆ 30 48 80। 30 ਵਾਲੇ ਦੀ ਲਿਖੂੰਗੀ ਉਹਦੇ ਐਂਡ 'ਚ ਆਏਗਾ 4s2, 48 ਵਾਲੇ ਦੇ ਐਂਡ 'ਚ ਆਏਗਾ 5s2,
तो अगले दे की आएगा एंड च 6s2, ठीक है। तो इतों पता लगता है एंड च किन्ने आते 2 2 2 बैलेंस इलैक्ट्रॉन, इस करके इन्हें ही सेम आ, ठीक है। इलैक्ट्रॉनिक कॉन्फिगरेशन लिखनी होनी चाहिए। मैं बार बार कह रही हूँ ਉਹਦੀ रिगार्डिंग कोई वीडियो देख लेना जितों ਤੁਹਾਨੂੰ ਇਹ क्लीयर हो जाए। बहुत सारिया वीडियोज़ हैगियां ਇਹਦੇ रिगार्डिंग, फिर ਤੁਹਾਨੂੰ ਇਹ क्वेश्चन आराम ਨਾਲ समझ आ जाएंगे। नैक्सट कहता एक एलीमेंट आ जिहदी इलैक्ट्रॉनिक कॉन्फिगरेशन ਤੁਹਾਨੂੰ ਦਿੱਤੀ ਆ, वट विल बी इट्स पोजीशन इन द पीरियोडिक टेबल। ਹੁਣ ਮੈਂ ਤੁਹਾਨੂੰ ਇਹ ਸਿਖਾਇਆ ਹੋਇਆ ਆ ਕਿੱਦਾਂ ਆਪਾਂ ਦੇਖ ਕੇ ਦੱਸ ਸਕਦੇ ਹਾਂ ਉਹ ਕਿਹੜੇ ਪੀਰੀਅਡ 'ਚ ਕਿਹੜੇ ਗਰੁੱਪ 'ਚ। ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ, ਉਹਦੇ ਵਿੱਚ ਉਹਦੀ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਵੀ ਸ਼ੇਅਰ ਕੀਤਾ ਸੀਗਾ, ਠੀਕ ਹੈ। ਹੁਣ ਦੇਖੋ ਲਾਸਟ ਸ਼ੈਲ ਕਿਹੜਾ 4, ਤਾਂ ਇੱਥੋਂ ਇੱਕ ਤਾਂ ਗੱਲ ਕਲੀਅਰ ਹੁੰਦੀ ਹੈ ਇਹਦਾ ਪੀਰੀਅਡ ਕਿਹੜਾ ਹੋਏਗਾ 4, ਪਰ ਇੱਥੇ 2 ਆਪਸ਼ਨ ਆ। ਫਿਰ ਆਪਾਂ ਦੇਖਦੇ ਇਲੈਕਟ੍ਰੋਨ, ਇਹਦੇ ਐਂਡ 'ਚ ਲਿਖਿਆ ਹੋਇਆ 3d4 4s2, ਠੀਕ ਹੈ। तो ਇਹਦੇ ਅਕੋਰਡਿੰਗ ਜੋ ਆਪਾਂ ਇੱਕ ਫਾਰਮੂਲਾ ਮੈਂ ਤੁਹਾਨੂੰ ਦੱਸਿਆ ਉਹ ਹੈਗਾ NS + n-1 ਇੰਟੂ D, ਠੀਕ ਹੈ। NS S 'ਚ ਕਿੰਨੇ ਆ 2, ਓਕੇ, ਪਲੱਸ n-1 ਇੰਟੂ D ਦਾ ਮਤਲਬ ਕਿ ਉਹਦੇ n ਮਤਲਬ n ਚੌਥਾ ਸੀ ਨਾ, ਇਹ n-1 D 'ਚ ਕਿੰਨੇ ਇੱਥੇ ਨਾ ਐਕਚੁਅਲੀ ਥੋੜ੍ਹੀ ਜਿਹੀ ਮਿਸਟੇਕ ਹੈ, ਇੱਥੇ ਜੋ ਹੈ ਇੱਥੇ ਹੈਗਾ 3d8, ਠੀਕ ਹੈ। ਇੱਥੇ 8 ਆ, ਥੋੜ੍ਹਾ ਦੇਖ ਲਿਓ ਉਹਨੂੰ ਧਿਆਨ, ਇੱਥੇ 8 ਆਉਣਾ ਹੈ। ਸੋ ਉਸ ਅਕੋਰਡਿੰਗ ਇਹਦੇ ਵਿੱਚ ਕਿੰਨੇ 2, ਇੱਥੇ 8 8 ਅਤੇ 2 ਕਿੰਨੇ ਹੋ ਗਏ 10, ਠੀਕ ਹੈ। 10 ਮੈਂ ਕੱਢਣੇ ਸਿਖਾਏ ਹੋਏ ਆ ਔਲਰੇਡੀ ਇੱਕ ਵੀਡੀਓ 'ਚ, ਮੈਂ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਵੀ ਸ਼ੇਅਰ ਕੀਤਾ ਪਿਛਲੀ ਵੀਡੀਓ 'ਚ ਜਿਹੜੀ ਫਸਟ ਹੈ ਇਹਦੀ। ਨੈਕਸਟ ਹੈ ਜੀ ਫਿਲਿੰਗ ਦ ਬਲੈਂਕਸ ਬਾਈ ਪਿਕਿੰਗ ਅਪ ਦ ਕਰੈਕਟ ਆਪਸ਼ਨ, ਦੇਅਰ ਆਰ ਡੈਸ਼ ਗਰੁੱਪ ਐਂਡ ਡੈਸ਼ ਪੀਰੀਅਡ। ਅੱਛਾ ਜੀ, ਕਿੰਨੇ ਗਰੁੱਪ ਹੁੰਦੇ ਆ ਮੈਂ ਤੁਹਾਨੂੰ ਦੱਸਿਆ 18 ਗਰੁੱਪ ਹੁੰਦੇ ਅਤੇ 7 ਪੀਰੀਅਡ ਹੁੰਦੇ ਆ। ਆਲ ਮੈਂਬਰ ਵਿਚ ਆਰ ਇਨ ਦ ਗੈਸੀਅਸ ਸਟੇਟ ਆਰਡੀਨਰੀ ਕੰਡੀਸ਼ਨ। ਹਾਂ, ਗੈਸਿਸ ਜਿਹੜੀਆਂ ਹੁੰਦੀਆਂ ਨਾ ਉਹ 18ਵੇਂ ਗਰੁੱਪ 'ਚ ਹੁੰਦੀਆਂ, ਠੀਕ ਹੈ। ਅਤੇ ਜਿਹੜੀਆਂ ਇਲੈਕਟ੍ਰੋ ਪੋਜ਼ੀਟਿਵ ਐਲੀਮੈਂਟਸ ਹੁੰਦੇ ਉਹ ਪਹਿਲੇ ਗਰੁੱਪ 'ਚ ਹੁੰਦੇ। ਇੱਦਾਂ ਕੁਐਸਚਨਸ ਵੀ ਤੁਹਾਨੂੰ ਆ ਸਕਦੇ ਆ, ਸਿੰਪਲ ਆ, ਤੁਹਾਨੂੰ ਨਾਲ ਕਲੀਅਰ ਹੋ ਹੀ ਜਾਣਾ ਕਿ ਟੋਟਲ ਗਰੁੱਪ ਕਿੰਨੇ ਆ 18, ਪੀਰੀਅਡਸ ਕਿੰਨੇ ਆ 7, ਗੈਸ਼ੀਅਸ ਸਟੇਟਸ ਜਿਹੜੀਆਂ ਉਹ ਕਿਹੜੇ ਆ 18ਵੇਂ ਗਰੁੱਪ 'ਚ ਬੈਠੀਆਂ, ਅਤੇ ਜਿਹੜੇ ਇਲੈਕਟ੍ਰੋ ਪੋਜ਼ੀਟਿਵ ਐਲੀਮੈਂਟ ਉਹ ਕਿਹੜੇ 'ਚ ਬੈਠੇ ਪਹਿਲੇ 'ਚ। ਸੋ ਬੀ ਆਪਸ਼ਨ ਕਰੈਕਟ ਹੋ ਜਾਏਗਾ। ਨੈਕਸਟ 27 ਵਿਚ ਬਲੋਕ ਆਫ ਦ ਪੀਰੀਓਡਿਕ ਟੇਬਲ ਕੰਟੇਨ ਐਲੀਮੈਂਟ ਵਿਦ ਦ ਜਨਰਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਇਹ ਵੀ ਮੈਂ ਤੁਹਾਨੂੰ ਇੱਕ ਵੀਡੀਓ ਜਨਰਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕਰਾਈ ਹੋਈ ਹੈ। ਸੋ ਇਹਨੂੰ ਦੇਖ ਕੇ ਦੱਸੋ ਇਹ ਕਿਹਦੀ ਜਨਰਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆ। ਦੇਖੋ ਸਿੱਧੀ ਜਿਹੀ ਗੱਲ ਆ, ਜਿਹਦੇ ਵਿੱਚ F ਬਲੋਕ ਹੈਗਾ ਨਾ ਉਹ F ਦੀ ਹੋਏਗੀ, ਜੇ F ਹੈਗਾ, ਠੀਕ ਹੈ। ਸੋ F ਬਲੋਕ ਦੀ ਹੈ, ਨਾਲ ਯਾਦ ਵੀ ਕਰ ਲੈਣੀ। ਪੇਪਰ 'ਚ ਤੁਹਾਨੂੰ ਇਹ ਵੀ ਆ ਸਕਦਾ ਕਿ F ਬਲੋਕ ਦੀ ਜਨਰਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਦੱਸੋ, ਅਤੇ ਤੁਹਾਨੂੰ ਪਤਾ ਹੋਣੀ ਚਾਹੀਦੀ ਇਹ ਵਾਲੀ, ਠੀਕ ਹੈ। ਨੈਕਸਟ ਦੇਖੋ ਕੁਐਸਚਨ 28 ਐਲੀਮੈਂਟ एग्जाम्पल ऑफ द एलिमेंट बिलोंगिंग टू S, P, D एंड F ब्लॉक, ठीक है। आइडेंटिफाई द एग्जाम्पल, ये च दसना S ब्लॉक का किहड़ा है। सीजियम की S ब्लॉक नूं जिहड़ा बिलोंग करता है, नो, ठीक है। ये आना है हाँ बिल्कुल सही, सॉरी सीजियम, रिबीडियम सीजियम ना, सोडियम पोटाशियम रिबीडियम सीजियम ये सारे S ब्लॉक के। नैक्सट P ब्लॉक का बेरियम, नो ये गलत हो गया, बेरियम जोड़ा है ना वो S ब्लॉक का है, ये गलत हो गया, ठीक है। ये जो कन्फिगरेशन लिखो एंड 6s2 आंदा, सो ये रॉन्ग हो गया, सो ये आंसर आ गया। नैक्सट है जी इलैक्ट्रॉनिक कॉन्फिगरेशन दी है, मार्क द इनकरैक्ट मैच, किहड़ा इनकरैक्ट आप वो देखना। पहला देखो मोर इलैक्ट्रोनैगेटिव, जिहदे P च एंड हुंदा ना वो इलैक्ट्रोनैगेटिव ही हुंदे आ, ठीक है। तो ये देखो थर्ड पीरियड ना, तो तुहानूं दस्सिया जिहदे एंड च थर्ड शैल आऊगा वही थर्ड पीरियड आऊगा ना, ये मैं तुहानूं कड्ढने सिखाए आ। सो इत्थे तो ये उद्दी गलत हो गया, सो ये पुछया सी इनकरैक्ट किहड़ा ही हो गया इनकरैक्ट। नैक्सट क्वेश्चन नंबर 30 फ्यू जर्नल नेम्स आर गिवन अलॉन्ग विद देयर बैलेंस शेल कॉन्फिगरेशन, मार्क द इनकरैक्ट नेम। देखो NS2NP 6 ते 2 8 8 वाली नोबल गैसिज होंदियां बिल्कुल, क्योंकि नोबल गैसिज पूरे के पूरे इलैक्ट्रॉन भरे होंदे आ। सो पहला तो सही हो गया। 5 ते 2 7, जिस 7 होण 17वें ग्रुप दियां होंदियां तो हैलोजन्स आ, बिल्कुल सही। NS1 पहले अल्कली मैटल्स ही होंदियां जिस एक ही होवे। नैक्सट है जी NS2, ये वाला गलत हो गया, सो दिस इज़ द रॉन्ग वन। नाले तुहाडा कॉन्सैप्ट क्लीयर हो जाए, जे 8 होण नोबल गैसिज
5 2 7 ਜਿਹਦੇ ਬੈਲੈਂਸ ਇਲੈਕਟ੍ਰੋਨ 7 ਹੋਣ ਹੈਲੋਜਨ, ਜਿਹਦੇ ਇੱਕ ਹੋਵੇ ਉਹ ਅਲਕਲੀ ਮੈਟਲ। ਜਿੱਥੇ NS2 ਹੁੰਦਾ ਉਹ ਅਲਕਲਾਈਨ ਅਰਥ ਮੈਟਲਸ ਹੁੰਦੀਆਂ। ਨਾਲ ਨੋਟ ਕਰੀ ਜਾਓ, ਤੁਹਾਡੇ ਨੋਟਸ ਬਣਨਗੇ। ਨੈਕਸਟ ਹੈ ਜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਫ 4 ਐਲੀਮੈਂਟ ਇਜ਼ ਗਿਵਨ ਬਿਲੋ ਵਿਚ ਆਫ ਦਾ ਫੋਲੋਇੰਗ ਡਜ਼ ਨਾਟ ਬਿਲੋਂਗ ਟੂ ਸੇਮ ਗਰੁੱਪ। ਦੇਖੋ ਮੈਂ ਦੱਸਿਆ ਸੇਮ ਗਰੁੱਪ 'ਚ ਕਿਹੜੇ ਹੋਣਗੇ, ਜਿਹੜੇ ਲਾਸਟ ਸੇਮ 'ਚ ਜਾਣਗੇ, ਹੈ ਨਾ। ਸੋ ਹੁਣ ਦੇਖੋ ਇਹਦੇ ਵਿੱਚ ਇੱਥੇ 5s2 ਇਹਦੇ ਵਿੱਚ ਕੀ ਮਿਸਟੇਕ ਹੈ, ਇੱਕ ਵੇਟ ਕ੍ਰਿਪਟੋਨ ਆਰਗਨ ਜ਼ੀਨੋਨ। ਇਸ ਕੁਐਸਚਨ ਦੇ ਵਿੱਚ ਕੋਈ ਮਿਸਟੇਕ ਹੈ ਨਹੀਂ। 3t4s ਫਿਲਹਾਲ ਇਹ ਕੁਐਸਚਨ ਰਹਿਣ ਦਿਓ, ਨੈਕਸਟ ਵਾਲਾ ਕੁਐਸਚਨ ਦੇਖਦੇ ਹਾਂ। ਦੇਰ ਆਰ 2 rows of inner transition element in the periodic table each containing 14 electron. The reason for this may be, ਤੁਸੀਂ ਕਦੀ ਦੇਖੋ ਜਿਹੜੇ ਇਨਰ ਟ੍ਰਾਂਜੀਸ਼ਨ ਐਲੀਮੈਂਟ ਆ ਨਾ, ਜਿਹੜੇ ਪੜ੍ਹਨੇ ਆ ਟ੍ਰਾਂਜੀਸ਼ਨ ਤੋਂ ਬਾਅਦ ਜਿਹੜੇ ਇਨਰ ਟ੍ਰਾਂਜੀਸ਼ਨ ਐਫ ਬਲੋਕ ਦੇ ਲੈਂਦੇ, ਉਹਦੇ ਵਿੱਚ ਹਰ ਇੱਕ 'ਚ 14 ਐਲੀਮੈਂਟ ਆ। ਉਹਦਾ ਰੀਜ਼ਨ ਕੀ ਆ? ਐਫ ਬਲੋਕ ਦੇ ਦੇਖੇ ਹੋਣੇ ਤੁਸੀਂ, ਉਹਦਾ ਰੀਜ਼ਨ ਕੀ ਆ ਦੇਖਿਓ। ਉਹਲੇ ਤੁਹਾਨੂੰ ਕੁਆਂਟਮ ਨੰਬਰ ਦਾ ਕੰਸੈਪਟ ਕਲੀਅਰ ਹੋਣਾ ਚਾਹੀਦਾ। ਦੇਖੋ ਮੈਂ ਤੁਹਾਨੂੰ ਦੱਸਿਆ ਸੀਗਾ, ਜੇ ਐਸ ਹੋਵੇ ਤਾਂ ਐਲ ਦੀ ਵੈਲਿਊ ਹੁੰਦੀ 0, ਪੀ ਹੋਵੇ ਤਾਂ 1, ਡੀ ਹੋਵੇ ਤਾਂ 2, ਐਫ ਹੋਵੇ ਤਾਂ 3। ਇੰਨੀ ਗੱਲ ਕਲੀਅਰ। ਜੇ ਇਹ 3 ਆ ਅਤੇ ਐਮ ਦਾ ਫਾਰਮੂਲਾ ਹੁੰਦਾ, ਐਮ ਕੱਢਣ ਲਈ 2l+1, ਯਾਨੀ ਐਲ ਦੀ ਵੈਲਿਊ ਐਫ ਲਈ ਹੋ ਗਈ 3, 2 3 6 + 1 ਕਿੰਨਾ ਹੋ ਗਿਆ 7, ਯਾਨੀ 7 ਆਰਬਿਟਲ। ਅਤੇ ਹਰ ਆਰਬਿਟਲ 'ਚ ਕਿੰਨੇ ਹੁੰਦੇ 2, ਠੀਕ ਹੈ। 7 ਇਲੈਕਟ੍ਰੋਨ ਹੋ ਗਏ। ਇੱਕ ਦੀ ਸਪਿਨ ਪਲੱਸ ਹਾਫ ਹੋਣੀ, ਇੱਕ ਦੀ ਸਪਿਨ ਕੀ ਹੋਣੀ ਮਾਈਨਸ ਹਾਫ, ਇਹ ਤਾਂ ਪਤਾ ਆ। ਤਾਂ ਟੋਟਲ ਇਸ ਅਕੋਰਡਿੰਗ ਕਿੰਨੀਆਂ ਹੋ ਗਈਆਂ 14। ਮਤਲਬ 7 ਇਲੈਕਟ੍ਰੋਨ ਹਾਫ ਸਪਿਨ ਪੋਜ਼ੀਟਿਵ ਨਾ ਹੋਣੇ, 7 ਇਲੈਕਟ੍ਰੋਨ ਵਿਦ ਨੈਗੇਟਿਵ ਸਪਿਨ ਹੋਣੇ। ਸੋ ਇਸ ਅਕੋਰਡਿੰਗ ਕਿੰਨੇ ਹੋ ਜਾਣੇ 14, ਇਸ ਕਰਕੇ ਆ, ਠੀਕ ਹੈ। ਤਾਂ ਇਹਦੇ ਅਕੋਰਡਿੰਗ ਜਿਹੜਾ ਹੈ ਆਪਣਾ ਆਨਸਰ ਨੰਬਰ ਇਹ ਸਹੀ ਹੋ ਜਾਣਾ ਕਿ ਇਹਦੇ ਕੋਲ 7 ਵੈਲਿਊਜ਼ ਹੁੰਦੀਆਂ ਮੈਗਨੈਟਿਕ, ਐਮ ਹੁੰਦਾ ਮੈਗਨੈਟਿਕ ਕੁਆਂਟਮ ਨੰਬਰ, ਉਹ ਨਿਕਲਦਾ 2l+1 ਕਰਕੇ, ਠੀਕ ਹੈ। ਅਤੇ ਐਲ ਦੀ ਵੈਲਿਊ ਮੈਂ ਤੁਹਾਨੂੰ ਦੱਸਦੀ, ਜੇ ਐਸ ਲਈ ਕੱਢਣੀ ਆ 0। ਇੱਥੇ ਐਫ ਦੀ ਗੱਲ ਹੋ ਰਹੀ ਹੈ, ਇਨਰ ਟ੍ਰਾਂਜੀਸ਼ਨ ਹੁੰਦੇ ਐਫ ਵਾਲੇ, ਜੇ ਟ੍ਰਾਂਜੀਸ਼ਨ ਹੁੰਦਾ ਫਿਰ ਡੀ ਵਾਲੇ, ਜੇ ਅਲਕਲੀ ਕਹਿਣ ਫਿਰ ਐਸ ਵਾਲੇ, ਠੀਕ ਹੈ। ਸੋ ਇੱਥੇ ਇਨਰ ਟ੍ਰਾਂਜੀਸ਼ਨ ਮਤਲਬ ਐਫ ਵਾਲੇ। ਐਫ ਲਈ ਐਲ ਦੀ ਵੈਲਿਊ ਮੈਂ 3 ਪੁੱਟ ਕੀਤੀ, 3 ਦੂਣੀ 6 ਅਤੇ 1 7 ਆ ਗਿਆ। ਅਤੇ ਹਰ ਇਲੈਕਟ੍ਰੋਨ ਦੀ ਇੱਕ ਹਾਫ ਸਪਿਨ ਪੋਜ਼ੀਟਿਵ ਹੁੰਦੀ ਆ, ਇੱਕ ਨੈਗੇਟਿਵ ਹੁੰਦੀ ਹੈ, ਯਾਨੀ 7 ਹੀ ਪੋਜ਼ੀਟਿਵ ਨਾ ਹੋਣੇ, 7 ਨੈਗੇਟਿਵ ਨਾਲ ਟੋਟਲ ਹੋ ਜਾਣੇ 14। ਸੋ ਇਹ ਕਾਰਨ ਹੈ। ਨੈਕਸਟ ਆ 33rd ਕੁਐਸਚਨ, ਵਿਚ ਆਫ ਦਾ ਫੋਲੋਇੰਗ ਆਇਨ ਕੰਟੇਨ ਮਿਨੀਮਮ ਨੰਬਰ ਆਫ ਅਨਪੇਅਰਡ ਇਲੈਕਟ੍ਰੋਨ। ਅਨਪੇਅਰਡ ਇਲੈਕਟ੍ਰੋਨ ਅਗੇਨ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੋ, ਉਹ ਤਾਂ ਤੁਸੀਂ ਅਨਪੇਅਰਡ ਕਰ ਲਓ। ਅਨਪੇਅਰਡ ਹੁਣ ਲਾਸਟ ਬੈਲੈਂਸ ਸ਼ੈਲ ਦੀ ਲਿਖ ਕੇ ਨਾ, ਜੇ ਐਸ ਆ, ਐਸ ਦਾ ਤੁਸੀਂ ਇੱਕ ਖਾਨਾ ਬਣਾਉਣਾ, ਜੇ ਪੀ ਹੋਵੇ ਫਿਰ 3 ਬਣਾਉਣੇ। ਲੈਟਸ ਸੇ ਐਂਡ 'ਚ ਤੁਸੀਂ ਕਨਫੀਗਰੇਸ਼ਨ ਲਿਖਿਆ ਪੀ 'ਚ 4 ਆ ਗਏ, 1 2 3 4, ਇਹਦਾ ਪੇਅਰ ਹੋ ਗਿਆ ਨਾ, ਆਹ 2 ਬਚ ਗਏ ਅਨਪੇਅਰ। ਇਹਦੀ ਡੀ ਆ ਜਾਵੇ ਮੰਨ ਲਓ ਕਿਸੇ ਦੇ ਐਂਡ 'ਚ ਬੈਲੈਂਸ ਚੱਲਦਾ, ਤੁਸੀਂ ਡੀ ਦੇ ਬਣਾਉਣੇ 5 ਖਾਨੇ, ਠੀਕ ਹੈ। ਇਹਦੇ 5 ਖਾਨੇ ਬਣਾਉਣੇ, 1 2 3 4, 1 2 3 4 5 ਹੋ ਗਏ। ਮੰਨ ਲਓ ਡੀ 'ਚ ਆ ਗਿਆ 6, 1 2 3 4 5 ਅਤੇ 6 ਮੈਂ ਇੱਥੇ ਭਰਾਂ, ਅਤੇ ਅਨਪੇਅਰਡ ਕਿੰਨੇ ਰਹਿ ਗਏ 4। ਸੋ ਸਮਝੇ, ਇੱਦਾਂ ਤੁਸੀਂ ਨਾ ਕੱਢ ਕੇ ਦੇ ਲੈਣੇ, ਕੁਛ ਨਹੀਂ। ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੋ, 2 ਪੋਜ਼ੀਟਿਵ ਮਤਲਬ 2 ਘਟਾ ਦੇਣੇ, ਅਤੇ ਜਿਹੜੇ ਪਿਛਲੇ ਬਚ ਗਏ ਉਹਨਾਂ ਦੀ ਲਿਖ ਕੇ ਦੇਖ ਲੈਣੀ। ਸੋ ਉਹਦੇ ਅਕੋਰਡਿੰਗ ਆਹ ਆਨਸਰ ਸੀ ਆ ਜਾਣਾ, ਠੀਕ ਹੈ। ਕੱਢ ਕੇ ਦੇਖਿਓ, ਮੈਂ ਤੁਹਾਨੂੰ ਕਿਹਾ ਕੋਈ ਵੀਡੀਓ ਜ਼ਰੂਰ ਦੇਖ ਲਓ ਆਇਨਸ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ, ਤੁਹਾਨੂੰ ਉਹ ਲਿਖਣੀ ਆ ਜਾਵੇ ਤਾਂ ਹੀ ਤੁਸੀਂ ਇਹ ਕੱਢ ਸਕਦੇ ਹੋ। ਜਿਹੜੀ ਲੌਂਗ ਫਾਰਮ ਪੀਰੀਓਡਿਕ ਟੇਬਲ ਮੈਂ ਪਿਛਲੀ ਵੀਡੀਓ ਸਮਝਾਇਆ ਵੀ ਸੀ, ਉਹਦੇ ਵਿੱਚ ਦ ਨੋਨ ਮੈਟਲਸ ਆਰ ਪਲੇਸਡ ਇਨ, ਦੇਖੋ ਮੈਟਲ ਸਾਰੀਆਂ ਰੱਖੀਆਂ ਐਸ ਬਲੋਕ 'ਚ, ਨੋਨ ਮੈਟਲ ਰੱਖੀਆਂ ਹੋਈਆਂ ਕਿਹਦੇ ਵਿੱਚ ਆਪਾਂ ਪੀ ਬਲੋਕ 'ਚ, ਯਾਦ ਰੱਖਿਓ। ਜਿਹੜੀਆਂ ਟ੍ਰਾਂਜੀਸ਼ਨਸ ਆ ਉਹ ਡੀ 'ਚ, ਇਨਰ ਟ੍ਰਾਂਜੀਸ਼ਨ ਐਫ 'ਚ, ਮੈਂ ਸਾਰੇ ਦੱਸਦੇ ਇੱਥੇ, ਠੀਕ ਹੈ। ਸੋ ਇਸ ਅਕੋਰਡਿੰਗ ਜਿਹੜੀ ਨੋਨ ਮੈਟਲ ਉਹਨੇ ਪੁੱਛੀਆਂ ਅਤੇ ਬੀ ਆਨਸਰ ਆ ਜਾਣਾ ਪੀ ਬਲੋਕ 'ਚ, ਕਲੀਅਰ ਹੈ ਜੀ। ਨੈਕਸਟ 35th ਕੁਐਸਚਨ ਦੇਖਦੇ ਹਾਂ ਜੀ ਆਪਾਂ। ਪਾਰਟ ਆਫ ਦਾ ਪੀਰੀਓਡਿਕ ਟੇਬਲ assuming P block is deposited below, what are the elements shown in the zigzag boxes called? ये थोड़ी इमेज बनाई हुई है। what are the nature of element outside the boundary? अच्छा zigzag box ना ਜਿਹੜੀ ਬਣੇ ਹੋਏ ਇਹਨਾਂ ਵਿੱਚ ਦੱਸਣਾ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਦੇਖੋ ਇੱਕ ਪਾਸੇ ਮੈਟਲ, ਦੂਸਰੇ ਪਾਸੇ ਨੋਨ ਮੈਟਲ, ਜਿਹੜਾ zigzag ਬਣਦਾ ਨਾ, ਇਹ 13 14 15 16 17ਵੇਂ 18ਵੇਂ ਗਰੁੱਪ ਦੇ ਵਿਚਕਾਰ ਇਹ ਹੁੰਦੇ ਮੈਟਲੋਇਡਸ, ਯਾਦ ਰੱਖਿਓ ਇਹ, ਠੀਕ ਹੈ। ਬੀ ਆਉਣਾ
ਮੈਟਲੋਇਡਸ ਤੇ ਨॉन ਮੈਟਲਸ। ठीक है, ਇਹਦੀ ਬਾਉਂਡਰੀ ਦੀ ਰਾਈਟ ਸਾਈਡ ਤੇ ਇਹ ਵਾਲਾ ਜ਼ਿਗਜ਼ੈਗ ਇਹਦੀ ਰਾਈਟ ਸਾਈਡ ਤਾਂ ਨॉन ਮੈਟਲਸ ਹੀ ਹੋਣੀ ਹੈ ਇੱਧਰ, ਤੇ ਇਹ ਮੈਟਲੋਇਡਸ ਹੁੰਦੇ। ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਪੀ ਬਲੋਕ 'ਚ ਹੁੰਦੇ ਹੀ ਨॉन ਮੈਟਲਸ, ਪਰ ਆਹ ਜਿਹੜੀ ਆਉਂਦੀ ਹੈ ਨਾ ਜ਼ਿਗਜ਼ੈਗ, ਇਹ ਮੈਟਲੋਇਡਸ ਆ। ਮੈਟਲੋਇਡਸ ਹੁੰਦੇ ਆ ਜਿਨ੍ਹਾਂ 'ਚ ਕੁਛ ਮੈਟਲ ਦੀਆਂ ਪ੍ਰੋਪਰਟੀਜ਼ ਹੋਣ, ਕੁਛ ਨॉन ਮੈਟਲ ਦੀਆਂ। ਠੀਕ ਹੈ ਜੀ। 36 ਦੇਖੋ, ਦ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਫ ਫੀਊ ਐਲੀਮੈਂਟ ਦਿੱਤੀ ਹੋਈ ਆ, ਮਾਰਕ ਦਾ ਸਟੇਟਮੈਂਟ ਵਿਚ ਇਜ਼ ਕਰੈਕਟ ਅਬਾਊਟ ਦ ਐਲੀਮੈਂਟ। ਹਾਂਜੀ, ਪਹਿਲਾਂ ਦੇਖੋ ਇਹ ਅਲਕਲੀ ਮੈਟਲ ਆ, ਅਸੀਂ ਰੋਂਗ ਸਟੇਟਮੈਂਟ ਵਿਚ ਇਜ਼ ਦਾ ਕਰੈਕਟ ਅਬਾਊਟ ਦ ਐਲੀਮੈਂਟਸ। ਓਕੇ, ਫਸਟ ਉਹਨੇ ਗੱਲ ਕੀਤੀ ਕਿ ਅਲਕਲੀ ਮੈਟਲ, 36 ਦਾ ਪਹਿਲਾਂ ਪੁੱਛਿਆ ਅਲਕਲੀ ਮੈਟਲ ਆ। ਨੈਕਸਟ ਥਰਡ ਇਜ਼ ਅ ਨੋਬਲ ਗੈਸ, ਇਹ ਵਾਲੀ ਇਹ 'ਚ 6 ਆ, ਮੈਂ ਸਮਝਾਈ 6 ਤੇ 2 8, 8 ਵਾਲੇ ਕੀ ਹੁੰਦੇ ਨੋਬਲ ਗੈਸਿਸ, ਮੈਂ ਦੱਸਿਆ ਹੀ ਨਾ। ਅਤੇ ਇੱਥੇ 3 ਐਸ ਆਈ ਥਿੰਕ 2 ਆ। ਠੀਕ ਹੈ, ਇਹ ਅਲਕਲੀ ਮੈਟਲ ਨਹੀਂ ਹੋਏਗਾ। ਅਲਕਲੀ ਨੋਬਲ ਗੈਸਿਸ ਮੈਂ ਤੁਹਾਨੂੰ ਦੱਸੀ ਥੋੜ੍ਹਾ ਮਿਸਪ੍ਰਿੰਟ ਹੋਇਆ, ਸੌਰੀ। ਇਹ 6 ਤੇ 2, ਜਿੱਥੇ 6 ਤੇ 2 8 ਆ ਗਿਆ ਨਾ, ਨੋਬਲ ਗੈਸਿਸ ਹੀ ਆ, ਯਾਦ ਰੱਖ ਲਿਓ। ਠੀਕ ਹੈ, ਮੈਂ ਵੈਸੇ ਕਰਵਾਈਆਂ ਹੋਈਆਂ, ਜਿੱਥੇ 7 ਸੀ ਮੈਂ ਤੁਹਾਨੂੰ ਕਿਹਾ ਉੱਥੇ ਉਹ 17ਵੇਂ ਗਰੁੱਪ ਦੇ ਹੈਲੋਜਨ ਹੋਣੇ। ਮੈਚ ਕਰਨੇ ਕਾਲਮ 1 2 3 ਕਿ ਕਿਹੜਾ ਕੀ ਆ। ਦੇਖੋ ਮੈਂ ਦੱਸ ਦਿੰਦੀ ਹਾਂ, ਤੁਹਾਨੂੰ ਬ੍ਰੋਮੀਨ ਜਿਹੜਾ ਆ ਉਹ ਲਿਕੁਇਡ ਨॉन ਮੈਟਲ ਆ, ਸਭ ਨੂੰ ਪਤਾ, ਛੋਟੀਆਂ ਕਲਾਸਿਸ 'ਚ ਵੀ ਤੁਸੀਂ ਪੜ੍ਹਿਆ ਹੋਇਆ। ਠੀਕ ਹੈ, ਗੋਲਡ, ਮਰਕਰੀ, ਆਇਓਡੀਨ, ਸਾਰਿਆਂ ਦੀਆਂ ਅਸੀਂ ਪ੍ਰੋਪਰਟੀਜ਼ ਦੱਸਣੀਆਂ ਇੱਥੇ ਕਿਹੜਾ ਕੀ ਹੈ। ਠੀਕ ਹੈ, ਅਤੇ ਦੂਸਰਾ ਇਹਦੇ ਨਾਲ ਆਏਗਾ ਕਿਊ, ਕਿਉਂਕਿ ਇਹਦੀ ਕੌਨਫੀਗਰੇਸ਼ਨ ਹੈ। ਠੀਕ ਹੈ, 37 ਦਾ। ਨੈਕਸਟ ਬੀ ਜਿਹੜਾ ਹੈ, ਇੱਕ ਤਾਂ ਗੋਲਡ, ਇਹ ਗੋਲਡ ਪੁੱਛਿਆ ਹੋਇਆ, ਅਤੇ ਇਹ ਆਏਗਾ ਨੋਬਲ ਮੈਟਲ। ਠੀਕ ਹੈ, ਨੋਬਲ ਹੈ ਬਿਲਕੁਲ ਇਹ, ਕਿਉਂਕਿ ਗੋਲਡ ਕਿਸੇ ਨਾਲ ਰਿਐਕਟ ਨਹੀਂ ਕਰਦਾ। ਅਤੇ ਇੱਕ ਟ੍ਰਾਂਜੀਸ਼ਨ ਐਲੀਮੈਂਟ 'ਚ ਇੱਥੇ ਜਾਊਗਾ ਮਰਕਰੀ, ਤੁਹਾਨੂੰ ਪਤਾ ਸਾਰਿਆਂ ਨੂੰ ਲਿਕੁਇਡ ਆ, ਨੋ ਮੈਟਲ ਹੈ, ਵੀ ਪੜ੍ਹਿਆ ਛੋਟੀਆਂ ਕਲਾਸਿਸ 'ਚ। ਠੀਕ ਹੈ, ਅਤੇ ਇਹਨੂੰ ਅਮਲਗਮ ਵੀ ਕਹਿੰਦੇ ਆ, ਮਤਲਬ ਇਹਦੇ ਨਾਲ ਕੋਈ ਵੀ ਕੰਪਾਊਂਡ ਬਣੇ ਉਹਨੂੰ ਅਮਲਗਮ ਕਹਿੰਦੇ। ਬੱਚੇ ਆਇਓਡੀਨ ਪਤਾ ਸਾਰਿਆਂ ਨੂੰ ਕ੍ਰਿਸਟਲਾਈਨ ਆ, ਅਤੇ ਇਹ ਵਾਇਲਟ ਕਲਰ ਆ। ਠੀਕ ਹੈ, ਸੋ ਕਲੀਅਰ ਹੋ ਗਿਆ, ਇਹ ਆਪਸ਼ਨ ਆ ਜਾਣਾ ਇਸ ਅਕੋਰਡਿੰਗ ਇਹਦਾ ਆਨਸਰ। ਇੱਦਾਂ ਦੇ ਕੁਐਸਚਨ ਕਈ ਵਾਰੀ ਪੇਪਰ 'ਚ ਐਗਜ਼ਾਮੀਨਰ ਜ਼ਿਆਦਾ ਪੁੱਛਦਾ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਕਰੈਕਟ ਸਟੇਟਮੈਂਟ ਅਬਾਊਟ ਦਾ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟ, ਕਿ ਪੀਰੀਓਡਿਕ ਕਲਾਸੀਫਿਕੇਸ਼ਨ ਕਰਨ ਲਈ ਜਿਹੜੀ ਇਹ 'ਚ ਕਰੈਕਟਮੈਂਟ ਜਿਹੜੀ ਮਤਲਬ ਇਹਨਾਂ 'ਚੋਂ ਸਟੇਟਮੈਂਟ ਕਰੈਕਟ ਨਹੀਂ ਹੈਗੀ। ਪਹਿਲੀ ਗੱਲ, ਜਿਹੜੀਆਂ ਪ੍ਰੋਪਰਟੀਜ਼ ਐਲੀਮੈਂਟ ਦੀਆਂ ਉਹ ਪੀਰੀਓਡਿਕ ਫੰਕਸ਼ਨ ਅਟੋਮਿਕ ਨੰਬਰ ਦਾ ਆ। ਪਹਿਲੀ ਗੱਲ ਤਾਂ ਬਿਲਕੁਲ ਸਹੀ, ਮੈਂ ਤੁਹਾਨੂੰ ਦੱਸਿਆ ਜਿਹੜਾ ਹੁਣ ਦਾ ਬਣਿਆ ਉਹ ਅਟੋਮਿਕ ਨੰਬਰ 'ਤੇ ਬੇਸ ਆ, ਜਿਹੜਾ ਮੈਂਡਲੀਵ ਦਾ ਸੀ ਉਹ ਅਟੋਮਿਕ ਮਾਸ 'ਤੇ ਬੇਸ ਸੀਗਾ, ਹੈ ਨਾ। ਦੂਸਰਾ, ਨॉन ਮੈਟਲ ਐਲੀਮੈਂਟਸ ਘੱਟ ਆ ਮੈਟਲ ਐਲੀਮੈਂਟ ਨਾਲੋਂ, ਇਹ ਉਹਨੇ ਪੁੱਛਿਆ ਕਿ ਇਹ ਕਰੈਕਟ ਹੈ, ਬਿਲਕੁਲ, ਹੈ ਨਾ। ਇਹ ਹੈਗੀ ਨॉन ਮੈਟੀਕਲ ਘੱਟ ਹੈ ਮੈਟਲਸ ਨਾਲੋਂ, ਜ਼ਿਆਦਾ ਮੈਟਲਸ ਹੈ ਨਾ, ਜਿੱਦਾਂ ਅਲਕਲੀ ਮੈਟਲ, ਅਲਕਲਾਈਨ ਅਰਥ ਮੈਟਲ, ਟ੍ਰਾਂਜੀਸ਼ਨ ਮੈਟਲ ਹੈ, ਇਨਰ ਟ੍ਰਾਂਜੀਸ਼ਨ ਐਲੀਮੈਂਟ ਤੋਂ ਮਤਲਬ ਕਿ ਨॉन ਮੈਟਲ ਘੱਟ ਆ। ਜਿਹੜੀਆਂ ਟ੍ਰਾਂਜੀਸ਼ਨ ਐਲੀਮੈਂਟ ਆ ਉਹ 'ਚ ਲਾਸਟ ਇਲੈਕਟ੍ਰੋਨ N-2 'ਚ ਜਾਂਦਾ, N-1 'ਚ ਜਾਂਦਾ, ਯਾਦ ਰੱਖਿਓ, ਇਹ ਗਲਤ ਹੋ ਗਿਆ। ਠੀਕ ਹੈ, N-1 'ਚ ਤੁਸੀਂ ਭਰ ਕੇ ਦੇਖ ਲਿਓ। ਜੇ ਚੌਥਾ ਐਸ 'ਚ ਹੋਊਗਾ ਨਾ 3D ਹੋਊਗਾ ਉਹਦੇ ਨਾਲ, 4S ਦੇ ਨਾਲ 3D, ਯਾਨੀ ਐਸ ਦੇ ਨਾਲ D ਜਿਹੜਾ N-1 ਜਾਂਦਾ, ਮਤਲਬ 4 'ਚੋਂ 1 ਘਟਾ ਦਈਏ N-1, ਸਮਝੇ। ਇੱਥੇ ਵੀ ਰੋਂਗ ਸਟੇਟਮੈਂਟ ਦੇਖਣੀ ਆ। ਜਿਹੜੇ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ ਪੀਰੀਓਡਿਕ ਟੇਬਲ 'ਚੋਂ, ਫਲੋਰੀਨ, ਹਾਂ ਬਿਲਕੁਲ ਫਲੋਰੀਨ ਹੀ ਹੈ। ਸਕੈਂਡੀਅਮ ਇਜ਼ ਦਾ ਫਸਟ ਟ੍ਰਾਂਜੀਸ਼ਨ ਐਲੀਮੈਂਟ, ਬਿਲੋਂਗ ਟੂ ਦਾ 4th ਗਰੁੱਪ। ਤੁਸੀਂ ਪੀਰੀਓਡਿਕ ਟੇਬਲ ਨੂੰ ਦੇਖਿਓ, ਉਹੀ ਹੈ। ਠੀਕ, ਨੈਕਸਟ ਸਾਡੇ ਕੋਲ ਸੀ ਆਪਸ਼ਨ ਹੈਗਾ ਆ, ਦੇਅਰ ਆਰ 3 ਟ੍ਰਾਂਜੀਸ਼ਨ ਸੀਰੀਜ਼ ਇਨ ਦਾ ਪੀਰੀਓਡਿਕ ਟੇਬਲ ਈਚ। ਇਹ ਗਲਤ ਹੋ ਗਿਆ ਨਾ, 3 ਥੋੜ੍ਹੀ ਨਾ, ਜ਼ਿਆਦਾ ਆ, ਅਤੇ ਹਰ ਕੋਈ 10 ਨਹੀਂ ਆ ਉਹ 'ਚ ਜ਼ਿਆਦਾ ਇਲੈਕਟ੍ਰੋਨਸ ਆ। ਠੀਕ ਹੈ, ਗਲਤ ਹੋ ਗਿਆ। ਮਤਲਬ ਕਿ ਕਿਆ ਇਹ 4 ਟ੍ਰਾਂਜੀਸ਼ਨ ਸੀਰੀਜ਼ ਆ। ਠੀਕ ਹੈ, ਅਤੇ ਹਰ ਇੱਕ 'ਚ 10 ਹੁੰਦੇ ਆ। ਠੀਕ ਹੈ, ਅਤੇ 4th ਜਿਹੜੀ ਉਹ ਸਾਡੇ ਕੋਲ ਇਨਕੰਪਲੀਟ ਹੁੰਦੀ ਆ। ਵਿਚ ਆਫ ਦਾ ਫੋਲੋਇੰਗ ਨॉन ਮੈਟੈਲਿਕ ਐਲੀਮੈਂਟ ਅਮੰਗ ਦਾ ਫੋਲੋਇੰਗ। ਨॉन ਮੈਟੈਲਿਕ ਕੁਛ ਵੀ ਨਹੀਂ, ਨॉन ਮੈਟੈਲਿਕ ਲਈ ਕੀ ਹੁੰਦਾ, ਦੇਖੋ ਨॉन ਮੈਟਲਸ ਜਿਹੜੀਆਂ ਆ ਉਹ ਪੀ ਬਲੋਕ 'ਚ ਤੁਹਾਨੂੰ ਪਤਾ ਹੈ ਨਾ। ਅਤੇ ਆਪਾਂ ਦੇਖਣੀਆਂ ਆ ਕਿ ਨॉन ਮੈਟੈਲਿਕ ਐਲੀਮੈਂਟ ਸਭ ਤੋਂ ਜ਼ਿਆਦਾ ਵਾਲਾ ਕਿਹੜਾ ਹੈ। ਤੁਹਾਨੂੰ ਪਤਾ ਫਲੋਰੀਨ ਆ ਨਾ, ਅਤੇ ਫਲੋਰੀਨ ਮਤਲਬ ਕਿ 7 ਹੋਣੇ ਚਾਹੀਦੇ ਆ ਨਾ। ਅਤੇ ਆਪਣੀ ਤੁਸੀਂ ਕੌਨਫੀਗਰੇਸ਼ਨ ਦੇਖੋ ਕਿਹੜੀ ਆ, 5 ਤੇ 2 7 ਵਾਲੀ, ਇਹ ਵਾਲੀ। ਠੀਕ ਹੈ, ਤਾਂ ਇੱਥੇ ਹੀ ਹੋ ਗਿਆ ਆਪਣਾ ਕਲੀਅਰ। ਵਿਚ ਆਫ ਦਾ ਫੋਲੋਇੰਗ ਗਰੁੱਪ ਕੰਟੇਨ ਮੈਟਲ, ਨॉन ਮੈਟਲ ਐਂਡ ਮੈਟਲੋਇਡ। ਇੱਦਾਂ ਦਾ ਦੱਸੋ ਜਿਹ 'ਚ ਮੈਟਲ ਵੀ ਹੈ, ਨॉन ਮੈਟਲ ਵੀ ਹੈ, ਮੈਟਲੋਇਡ ਤਿੰਨੇ, ਉਹ ਹੈਗਾ ਆਪਣੇ ਕੋਲ ਗਰੁੱਪ 14, ਕਿਉਂਕਿ ਹੋ ਜਾਂਦਾ C
SI मतलब ਕਾਰਬਨ, ਸਿਲੀਕਨ, ਜਰਮੇਨੀਅਮ, ਸਕੈਨੀਅਮ ਤੇ PB ਲੈਡ। ਜਿਹੜੀ ਇਹ ਹੈ ਸਾਡੇ ਕੋਲ ਨॉन ਮੈਟਲ ਆ, ਇਹ ਮੈਟਲੋਇਡ ਆ, ਇਹ ਵੀ ਮੈਟਲੋਇਡ ਆ, ਇਹ ਦੋਨੇ ਮੈਟਲ ਆ। ਸੋ 14ਵੇਂ ਕਦੇ ਵੀ ਗਰੁੱਪ 'ਚ ਦੇਖਿਓ ਜਿਹੜੇ ਆਉਂਦੇ ਆ ਉਹ 'ਚ ਮੈਟਲ ਵੀ ਤੁਹਾਨੂੰ ਦਿਖੇਗੀ, ਠੀਕ ਹੈ, ਆਪਣੀਆਂ ਮੈਟਲਸ ਵੀ ਦਿਖਣਗੀਆਂ, ਨॉन ਮੈਟਲ ਵੀ ਦਿਖੇਗੀ ਅਤੇ ਮੈਟਲੋਇਡ ਵੀ, ਠੀਕ ਹੈ। ਸੋ ਇਸ ਕਰਕੇ ਇਹ ਵਾਲਾ ਹੈਗਾ। ਨੈਕਸਟ ਆ 42 ਕੁਐਸਚਨ। A ਅਤੇ B ਦਿੱਤਾ ਹੋਇਆ ਰੇਡੀਆਈ, ਠੀਕ ਹੈ, ਇਹ A ਹੈ, ਇੱਥੋਂ ਤੱਕ ਦਾ ਡਿਸਟੈਂਸ ਅਤੇ ਇੱਥੋਂ ਇੱਥੇ ਲਾ ਕੇ B ਹੈ। ਤੁਸੀਂ ਦੱਸਣਾ ਇਹਨਾਂ 'ਚੋਂ ਅਟੋਮਿਕ ਰੇਡੀਅਸ ਕਿਹੜਾ ਹੈ ਅਤੇ ਮੋਲੀਕੂਲਰ ਰੇਡੀਅਸ ਕਿਹੜਾ ਹੈ। ਦੇਖੋ A ਤੁਹਾਡਾ ਆ ਕੋਵੈਲੈਂਟ ਰੇਡੀਅਸ, ਆਹ ਵਾਲਾ ਜਿਹੜਾ ਹੁੰਦਾ ਕੋਵੈਲੈਂਟ ਰੇਡੀਅਸ ਹੁੰਦਾ, ਜਿਹੜੀ B ਹੁੰਦਾ ਉਹ ਵੰਡਰਵਾਲ ਰੇਡੀਅਸ ਹੁੰਦਾ, ਇਹ ਯਾਦ ਰੱਖਿਓ, ਠੀਕ ਹੈ, ਇੱਥੋਂ ਇੱਥੇ ਤੱਕ ਇਹ ਕਲੀਅਰ ਤੁਹਾਨੂੰ ਹੋਣਾ ਚਾਹੀਦਾ। ਨੈਕਸਟ 43 ਕੁਐਸਚਨ। ਫॉर few are given in the table in the direction from left to right and top to bottom. Predict the property which could be deposited in the table. ਇਹਦੇ 'ਚ ਅਸੀਂ ਪ੍ਰੋਪਰਟੀ ਦੱਸਣੀ ਹੈ। ਦੇਖੋ ਜਿਹੜਾ ਅਟੋਮਿਕ ਰੇਡੀਅਸ ਹੈ ਨਾ ਉਹ ਡਿਕਰੀਜ਼ ਕਰਦਾ ਪੀਰੀਅਡ ਦੇ ਵਿੱਚ, ਲੈਫਟ ਟੂ ਰਾਈਟ ਜਾਵਾਂਗੇ ਨਾ, ਲੈਫਟ ਟੂ ਰਾਈਟ ਅਟੋਮਿਕ ਰੇਡੀਅਸ ਨਾ ਡਿਕਰੀਜ਼ ਕਰਦਾ, ਠੀਕ ਹੈ। ਅਤੇ ਜੇ ਮੈਂ ਟੋਪ ਟੂ ਬਾਟਮ ਜਾਵਾਂ ਤਾਂ ਇਹਨੇ ਇਨਕਰੀਜ਼ ਕਰਨਾ, ਠੀਕ ਹੈ। ਦੇਖੋ ਇਹਦੀ ਇਨਕਰੀਜ਼ ਕਰ ਰਿਹਾ, ਇੱਧਰ ਨੂੰ ਡਿਕਰੀਜ਼ ਕਰ ਰਿਹਾ। ਸੋ ਇਹ ਕੀ ਚੀਜ਼ ਆ ਉਹਦਾ, ਸੌਰੀ ਇਹ ਉਹਦਾ ਕੀ ਆ, ਅਟੋਮਿਕ ਰੇਡੀਅਸ। ਸੋ 43 ਆ ਗਿਆ, ਮਤਲਬ ਸਿੱਧਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਕੋ ਹੀ ਚੀਜ਼ ਆ, ਅਟੋਮਿਕ ਰੇਡੀਅਸ ਮੀਨ ਜਿਹੜਾ ਇੱਧਰ ਨੂੰ ਡਿਕਰੀਜ਼ ਕਰਦਾ, ਨੀਚੇ ਨੂੰ ਇਨਕਰੀਜ਼ ਕਰਦਾ। ਬਾਕੀ ਤੁਹਾਡੀ ਆਇਨੇਸ਼ਨ ਐਂਥੈਲਪੀ, ਇਲੈਕਟ੍ਰੋਨ ਗੇਨ ਐਂਥੈਲਪੀ ਸਾਰੀਆਂ ਇੱਧਰ ਨੂੰ ਇਨਕਰੀਜ਼ ਕਰਦੀਆਂ, ਨੀਚੇ ਨੂੰ ਡਿਕਰੀਜ਼ ਕਰਦੀਆਂ। ਇਹ ਸਿੰਪਲ ਫੈਕਟਰ ਆ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ। ਨੈਕਸਟ ਆ ਲਾਸਟ ਕੁਐਸਚਨ ਇਸ ਵੀਡੀਓ ਦਾ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਦਾ ਵੇਰੀਏਸ਼ਨ ਇਨ ਅਟੋਮਿਕ ਰੇਡੀਆਈ ਪੀਰੀਓਡਿਕ ਇਜ਼ ਨਾਟ ਟਰੂ ਇਨ ਦਾ ਗਰੁੱਪ ਦੇਅਰ ਇਜ਼ ਕੰਟੀਨਿਊਸ ਇਨਕਰੀਜ਼ ਹੁੰਦਾ, ਗਰੁੱਪ ਦੇ ਵਿੱਚ ਕੰਟੀਨਿਊਸ ਇਨਕਰੀਜ਼ ਕਰਦਾ ਹੈ, ਬਿਲਕੁਲ। 4F ਦੇ ਵਿੱਚ ਕੰਟੀਨਿਊਸ ਡਿਕਰੀਜ਼, ਸਿੱਧਾ ਦੱਸ ਦਿੰਦੀ ਇਹਦੇ ਵਿੱਚ ਕਿਹੜੀ ਗੱਲ ਟਰੂ ਨਹੀਂ ਹੈਗੀ ਇਹ ਵਾਲੀ। ਜਿਹੜਾ ਥਰਡ ਪੀਰੀਅਡ ਆ ਨਾ ਉਹ 'ਚ ਸਾਈਜ਼ ਆਫ ਐਟਮ ਇਨਕਰੀਜ਼ ਕਰਦਾ ਵਿਦ ਇਨਕਰੀਜ਼ ਇਨ ਅਟੋਮਿਕ ਨੰਬਰ, ਇਹ ਗਲਤ ਆ, ਠੀਕ ਹੈ। ਬਾਕੀ ਸਾਰੇ ਜਿਹੜੇ ਆਪਸ਼ਨ ਆ ਤੁਹਾਡੇ ਉਹ ਸਹੀ ਹੈ। ਸੋ ਲਾਸਟ ਸਾਡਾ ਕੁਐਸਚਨ ਜਿਹੜਾ 44 ਸੀਗਾ, 44 ਕੁਐਸਚਨ ਦਾ ਆਨਸਰ D ਹੈਗਾ, ਠੀਕ ਹੈ। ਤੋਂ ਤੁਹਾਡੇ ਇੱਥੇ ਦਾ ਕੁਐਸਚਨ ਖਤਮ ਹੁੰਦੇ, ਇਹਨਾਂ ਨੂੰ ਕਰ ਲੈਣਾ ਚੰਗੀ ਤਰ੍ਹਾਂ। ਨੈਕਸਟ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਥੈਂਕਸ ਫॉर ਵਾਚਿੰਗ ਦਾ ਵੀਡੀਓ।